हाँ जी, वाहिगुरू जी का खालसा वाहिगुरू जी की फतेह। ਅੱਜ ਆਪਾਂ ਗੱਲ ਕਰਾਂਗੇ ਸਿੱਖ ਰਾਜ ਦੇ ਇੱਕ ਇਹੋ ਜਿਹੇ ਮਹਾਨ ਸੂਰਮੇ ਦੀ ਜਿਹਦੀ ਸਿੱਖ ਕੌਮ ਨੇ ਰੱਜ ਕੇ ਬੇਕਦਰੀ ਕੀਤੀ ਹੈ। ਜਿਹੜਾ ਸਨਮਾਨ ਇਸ ਸੂਰਮੇ ਨੂੰ ਮਿਲਣਾ ਚਾਹੀਦਾ ਸੀ ਉਹਦਾ 1% ਵੀ ਆਪਾਂ ਇਹਨੂੰ ਨਹੀਂ ਦਿੱਤਾ। ਆਪਾਂ ਮਾਣ ਨਾਲ ਇਹ ਗੱਲ ਤਾਂ ਕਹਿ ਦਿੰਦੇ ਹਾਂ ਕਿ ਖਾਲਸੇ ਦਾ ਰਾਜ ਕਾਬੁਲ ਤੋਂ ਲੈ ਕੇ ਲੇਹ ਲਦਾਖ ਤੇ ਚੀਨ ਤੱਕ ਫੈਲਿਆ ਹੋਇਆ ਸੀ। ਹਾਲਾਂਕਿ ਬੇਕਦਰੀ ਤਾਂ ਆਪਾਂ ਕਾਬੁਲ ਵਾਲੇ ਪਾਸੇ ਖਾਲਸੇ ਦਾ ਝੰਡਾ ਗੱਡਣ ਵਾਲੇ ਹਰੀ ਸਿੰਘ ਨਲੂਆ ਤੇ ਅਕਾਲੀ ਫੂਲਾ ਸਿੰਘ ਵਰਗੇ ਜਰਨੈਲਾਂ ਦੀ ਵੀ ਕੀਤੀ ਹੈ। ਅਸੀਂ ਇਹਨਾਂ ਚੋਂ ਕਿਸੇ ਦੀਆਂ ਇਤਿਹਾਸਿਕ ਨਿਸ਼ਾਨੀਆਂ ਨੂੰ ਨਹੀਂ ਸਾਂਭਿਆ, ਪਰ ਘੱਟੋ ਘੱਟ ਆਪਾਂ ਇਹਨਾਂ ਦੇ ਨਾਮ ਤਾਂ ਜਾਣਦੇ ਹਾਂ। ਪਰ ਜਿਹੜਾ ਸੂਰਮਾ ਖਾਲਸੇ ਰਾਜ ਨੂੰ ਲੇਹ ਲਦਾਖ ਪਾਰ ਕਰਕੇ ਚੀਨ ਤੱਕ ਪਹੁੰਚਾਉਣ ਲਈ 3 ਦਹਾਕਿਆਂ ਤੱਕ -45 ਡਿਗਰੀ ਤੱਕ ਦੇ ਤਾਪਮਾਨ ਵਿੱਚ ਜੂਝਦਾ ਰਿਹਾ, 90% ਸਿੱਖ ਤਾਂ ਉਹਦਾ ਨਾਮ ਵੀ ਨਹੀਂ ਜਾਣਦੇ। ਹਾਂਜੀ, ਬਿਲਕੁਲ ਠੀਕ ਪੜਿਆ ਤੁਸੀਂ ਥੰਬਨੇਲ ਵਿੱਚ। ਅੱਜ ਆਪਾਂ ਗੱਲ ਕਰਾਂਗੇ ਸਿੱਖ ਰਾਜ ਦੇ ਮਹਾਨ ਸੂਰਮੇ ਜਨਰਲ ਜ਼ੋਰਾਵਰ ਸਿੰਘ ਜੀ ਦੀ। 12 ਦਸੰਬਰ 1841 ਨੂੰ ਤਿੱਬਤ ਦੀਆਂ ਬਰਫੀਲੀਆਂ ਪਹਾੜੀਆਂ 'ਚ ਜਦੋਂ ਇਸ ਜਰਨੈਲ ਦੀ ਸ਼ਹੀਦੀ ਹੋਈ ਤਾਂ ਦੁਸ਼ਮਣ ਫੌਜ ਦੇ ਕਬੀਲੇ ਇਸ ਦੀ ਲਾਸ਼ ਲਿਜਾਣ ਲਈ ਆਪਸ ਵਿੱਚ ਹੀ ਲੜ ਪਏ। ਪਰ ਇਹਦੇ 'ਚ ਲੜਨ ਵਾਲੀ ਕੀ ਗੱਲ ਹੈ? ਦੁਸ਼ਮਣ ਤੁਹਾਡਾ ਮਰਿਆ ਪਿਆ ਹੈ, ਲਾਸ਼ ਨੂੰ ਚੁੱਕ ਕੇ ਜਿੱਥੇ ਮਰਜ਼ੀ ਸੁੱਟ ਦਿਓ। ਲੜਨ ਵਾਲੀ ਭਲਾ ਕੀ ਗੱਲ ਹੈ? ਦਰਅਸਲ ਤਿੱਬਤੀ ਲੋਕਾਂ ਦੇ ਕਰਮਕਾਂਡਾਂ 'ਚ ਸ਼ੇਰ ਦੇ ਮਾਸ ਦੀ ਖਾਸ ਜਗ੍ਹਾ ਹੈ। ਜੇ ਘਰ ਵਿੱਚ ਸ਼ੇਰ ਦਾ ਮਾਸ ਰੱਖਿਆ ਜਾਵੇ ਤਾਂ ਆਉਣ ਵਾਲੀ ਨਸਲ ਦੇ ਬੱਚੇ ਬਹਾਦਰ ਜੰਮਦੇ ਹਨ। ਜੇ ਸ਼ੇਰ ਦੇ ਮਾਸ ਨੂੰ ਨਵ ਜਨਮੇ ਬੱਚੇ ਦੀ ਬਾਂਹ ਤੇ ਬੰਨ੍ਹ ਦਈਏ ਤਾਂ ਉਸ ਦੇ ਮਨ ਵਿੱਚ ਡਰ ਨਹੀਂ ਪੈਦਾ ਹੁੰਦਾ। ਜੇ ਘਰ ਦੇ ਦਰਵਾਜ਼ੇ ਤੇ ਸ਼ੇਰ ਦਾ ਮਾਸ ਬੰਨ੍ਹ ਦਈਏ ਤਾਂ ਘਰ ਕਲੇਸ਼ ਤੇ ਬੁਰੀਆਂ ਨਜ਼ਰਾਂ ਤੋਂ ਬਚਿਆ ਰਹਿੰਦਾ ਹੈ। ਤੇ ਉਹਨਾਂ ਦਾ ਮੰਨਣਾ ਸੀ ਕਿ ਜਿਸ ਬਹਾਦਰੀ ਨਾਲ ਇਸ ਸੂਰਮੇ ਨੇ ਜੰਗੇ ਮੈਦਾਨ ਵਿੱਚ ਆਪਣੇ ਜੋਹਰ ਦਿਖਾਏ ਹਨ, ਸ਼ੇਰ ਦੀ ਭਲਾਈ ਦੇ ਸਾਹਮਣੇ ਕੀ ਔਕਾਤ ਹੈ। 3-4 ਘੰਟੇ ਦੀ ਲੜਾਈ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਜਿਹੜਾ ਕਬੀਲਾ ਇਸ ਲਾਸ਼ ਦਾ ਵੱਧ ਮੁੱਲ ਪਾ ਦੇਊਗਾ, ਲਾਸ਼ ਉਹਦੀ। 2 ਕਬੀਲਿਆਂ ਨੇ ਲਾਸ਼ ਖਰੀਦੀ ਤੇ ਫਿਰ ਲੱਕੜ ਤੇ ਰੱਖ ਕੇ ਚਾਕੂ ਨਾਲ ਸਰੀਰ ਤੋਂ ਸਾਰਾ ਮਾਸ ਲਾ ਕੇ ਤੱਕੜੀ ਨਾਲ ਤੋਲ ਕੇ ਵੇਚਿਆ ਗਿਆ। ਤੇ ਜੇ ਉਸ ਮਾਸ ਦੀ ਕੀਮਤ ਨੂੰ ਅੱਜ ਦੇ ਹਿਸਾਬ ਨਾਲ ਕੈਲਕੂਲੇਟ ਕਰੀਏ ਤਾਂ 22,000 ਰੁਪਏ ਕਿਲੋ ਦੇ ਹਿਸਾਬ ਨਾਲ ਉਹਦਾ 1-1 ਕਿਲੋ ਮਾਸ ਵਿਕਿਆ ਤੇ 1200 ਰੁਪਏ ਕਿਲੋ ਉਹਦੇ 1-1 ਵਾਲ ਦੀ ਕੀਮਤ ਪਈ। ਉਹਦੇ ਇੱਕ ਹੱਥ ਨੂੰ ਬਚਾ ਕੇ ਰੱਖ ਲਿਆ ਗਿਆ ਤੇ ਦੁਸ਼ਮਣ ਹੁੰਦੇ ਹੋਏ ਵੀ ਉਹਨਾਂ ਨੇ ਜਨਰਲ ਜ਼ੋਰਾਵਰ ਸਿੰਘ ਦੇ ਹੱਥ ਨੂੰ ਗੱਡ ਕੇ ਉਹਦੀ ਸਮਾਧ ਬਣਾਈ ਤੇ ਉਸ ਸਮਾਧ ਨੂੰ ਅੱਜ ਉਹ ਸਿੰਗਲਾਪਾ ਚੋਟਨ ਕਹਿੰਦੇ ਹਨ, ਯਾਨੀ ਕਿ ਉਹ ਥਾਂ ਜਿੱਥੇ ਬਹਾਦਰ ਸ਼ੇਰ ਸੁੱਤਾ ਪਿਆ ਹੈ। ਤੇ ਅੱਜ ਵੀ ਜਦੋਂ ਕੋਈ ਤਿੱਬਤੀ ਬੱਚੀ ਪ੍ਰੈਗਨੈਂਟ ਹੁੰਦੀ ਹੈ ਤਾਂ ਢੋਲ ਨਗਾੜੇ ਵਜਾਉਂਦੇ ਹੋਏ ਉਸ ਥਾਂ ਤੇ ਲਿਜਾਇਆ ਜਾਂਦਾ ਹੈ ਤਾਂ ਜੋ ਆਉਣ ਵਾਲਾ ਬੱਚਾ ਵੀ ਇਸ ਸੂਰਮੇ ਦੇ ਵਾਂਗ ਬਹਾਦਰ ਪੈਦਾ ਹੋਵੇ। ਅੱਗੇ ਇਸ ਵੀਡੀਓ ਵਿੱਚ ਜਾਣਾਂਗੇ ਉਸ ਖੂਨੀ ਪਹਾੜੀ ਝੀਲ ਦਾ ਇਤਿਹਾਸ ਜੋ ਅੱਜ ਵੀ ਸਾਰੀ ਦੀ ਸਾਰੀ ਮਨੁੱਖੀ ਲਾਸ਼ਾਂ ਦੀਆਂ ਹੱਡੀਆਂ ਨਾਲ ਭਰੀ ਪਈ ਹੈ। ਨਾਲ ਹੀ ਜਾਣਾਂਗੇ ਜਨਰਲ ਜ਼ੋਰਾਵਰ ਸਿੰਘ ਦੀਆਂ ਲੜੀਆਂ ਖਤਰਨਾਕ ਜੰਗਾਂ ਤੇ ਗੱਦਾਰੀ ਕਾਰਨ ਹੋਈ ਉਹਨਾਂ ਦੀ ਸ਼ਹੀਦੀ ਦਾ ਇਤਿਹਾਸ। ਸ਼ੁਰੂ ਤੋਂ ਸ਼ੁਰੂ ਕਰੀਏ ਤਾਂ ਜਨਰਲ ਜ਼ੋਰਾਵਰ ਸਿੰਘ ਦਾ ਜਨਮ ਕਾਂਗੜਾ ਘਾਟੀ ਦੇ ਪਿੰਡ ਅੰਸਰਾ 'ਚ ਸਰਦਾਰ ਹਰਜੀਤ ਸਿੰਘ ਦੇ ਘਰ ਹੋਇਆ ਸੀ। ਬਚਪਨ ਤੋਂ ਹੀ ਇਹ ਪੜ੍ਹਾਈ ਦੇ ਨਾਲ ਜੰਗੀ ਜੋਰਾਂ 'ਚ ਵੀ ਬਹੁਤ ਤੇਜ਼ ਸਨ। ਇੰਨੇ ਤੇਜ਼ ਕਿ 17 ਸਾਲ ਦੀ ਉਮਰ ਤੱਕ ਇਸ ਬਹਾਦਰ ਸੂਰਮੇ ਨੇ ਇਕੱਲਿਆਂ 3 ਵਾਰ ਸ਼ੇਰ ਦਾ ਸ਼ਿਕਾਰ ਕਰ ਲਿਆ ਸੀ, ਜਿਸ ਕਾਰਨ ਨੇੜੇ ਤੇੜੇ ਦੇ ਇਲਾਕਿਆਂ 'ਚ ਉਹਦੇ ਬਹਾਦਰੀ ਦੇ ਕਿੱਸੇ ਮਸ਼ਹੂਰ ਹੋ ਗਏ ਸਨ। ਤੇ ਆਖਿਰਕਾਰ ਜਦੋਂ ਆਪਣਾ ਕਿੱਤਾ ਚੁਣਨ ਦੀ ਗੱਲ ਆਈ ਤਾਂ ਜ਼ੋਰਾਵਰ ਸਿੰਘ ਨੇ ਫੌਜ 'ਚ ਭਰਤੀ ਹੋਣ ਦਾ ਮਨ ਬਣਾ ਲਿਆ। ਉਸ ਸਮੇਂ ਜੇ ਕਿਸੇ ਫੌਜ ਵਿੱਚ ਸ਼ਾਮਿਲ ਹੋਣਾ ਸ਼ਾਨ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਤਾਂ ਉਹ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ। ਇੱਥੋਂ ਤੱਕ ਕਿ ਐਲਾਰਡ ਤੇ ਵੰਤੂਰਾ ਵਰਗੇ ਜਰਨੈਲ ਸਪੈਸ਼ਲੀ ਯੂਰਪ ਤੋਂ ਚੱਲ ਕੇ ਖਾਲਸਾ ਫੌਜ ਵਿੱਚ ਭਰਤੀ ਹੋਣ ਆਏ ਸਨ ਤੇ ਉਹਨਾਂ ਸਾਲਾਂ ਬੱਧੀ ਰਹਿ ਕੇ ਇੱਥੇ ਖਾਲਸਾ ਫੌਜਾਂ ਨੂੰ ਟ੍ਰੇਨਿੰਗ ਦਿੱਤੀ ਸੀ। ਇਸ ਲਈ ਜ਼ੋਰਾਵਰ ਸਿੰਘ ਵੀ ਆਪਣੇ ਇੱਕ ਮਿੱਤਰ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਹਾਜ਼ਰ ਹੋਇਆ ਤੇ ਫੌਜ ਵਿੱਚ ਭਰਤੀ ਕਰਨ ਦੀ ਬੇਨਤੀ ਕੀਤੀ। ਮਹਾਰਾਜਾ ਰਣਜੀਤ ਸਿੰਘ ਨੇ ਤਲਵਾਰਬਾਜ਼ੀ, ਘੋੜਸਵਾਰੀ ਤੇ ਕੁਝ ਜ਼ਰੂਰੀ ਪ੍ਰੀਖਿਆਵਾਂ ਲੈਣ ਤੋਂ ਬਾਅਦ ਉਹਨਾਂ ਨੂੰ ਫੌਜ ਵਿੱਚ ਭਰਤੀ ਕਰ ਲਿਆ ਤੇ ਅਗਲੀਆਂ ਕੁਝ ਮੁਹਿੰਮਾਂ ਵਿੱਚ ਸ਼ਲਾਘਾਯੋਗ ਸੇਵਾ ਦੇਣ ਕਰਕੇ ਉਹਨਾਂ ਨੂੰ ਸਿਪੇ ਸਲਾਰ ਬਣਾ ਦਿੱਤਾ ਗਿਆ। ਇੱਕ ਸਿਪੇ ਸਲਾਰ ਦੇ ਅੰਡਰ ਉਦੋਂ 40 ਫੌਜੀ ਹੁੰਦੇ ਸਨ। ਪਰ ਉਹਨਾਂ ਦੀ ਜ਼ਿੰਦਗੀ ਵਿੱਚ ਟਰਨਿੰਗ ਪੁਆਇੰਟ ਉਦੋਂ ਆਇਆ ਜਦੋਂ ਕਿਸੇ ਮੁਹਿੰਮ ਤੋਂ ਆਪਣੇ 40 ਸਾਥੀਆਂ ਨਾਲ ਵਾਪਸ ਆਉਂਦਿਆਂ ਉਹ ਰਿਆਸੀ ਦੇ ਨੇੜੇ ਰਾਤੀ ਪੜਾਅ ਲਾਉਂਦੇ ਹਨ ਤੇ ਜਦੋਂ ਪਤਾ ਲੱਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਆਈਆਂ ਹਨ ਤਾਂ ਉਸ ਰਾਜੇ ਦਾ ਵਜ਼ੀਰ ਤੇ ਰਾਜ ਦੇ ਕੁਝ ਮੁੱਖ ਲੋਕ ਗੁਪਤ ਰੂਪ ਨਾਲ ਆ ਕੇ ਜ਼ੋਰਾਵਰ ਸਿੰਘ ਕੋਲ ਆਪਣਾ ਦੁਖੜਾ ਰੋਂਦੇ ਹਨ ਕਿ ਗਵਾਂਢੀ ਰਿਆਸਤ ਦਾ ਰਾਜਾ ਭੁਪਿੰਦਰ ਸਿੰਘ, ਜੋ ਕਿ ਅੱਤ ਦਰਜੇ ਦਾ ਜ਼ਾਲਮ ਹੈ, ਉਸ ਨੇ ਸਾਡੇ ਰਾਜੇ ਕਿਸ਼ਨ ਸਿੰਘ ਨੂੰ ਧਮਕੀ ਭਰਿਆ ਪੱਤਰ ਭੇਜਿਆ ਹੈ ਕਿ 1 ਮਹੀਨੇ ਦੇ ਵਿੱਚ ਮੇਰੀ ਅਧੀਨਗੀ ਮੰਨ ਲੈ, ਨਹੀਂ ਤਾਂ ਮੈਂ ਆਪ ਹਮਲਾ ਕਰਕੇ ਤੇਰੇ ਤੇ ਕਬਜ਼ਾ ਕਰ ਲਊਂਗਾ। ਭੁਪਿੰਦਰ ਸਿੰਘ ਕੋਲ ਇੱਕ ਵੱਡੀ ਗਿਣਤੀ ਦੀ ਤਾਕਤਵਰ ਫੌਜ ਹੈ, ਜਦਕਿ ਸਾਡਾ ਰਾਜਾ ਤਾਂ ਸਿਰੇ ਦਾ ਨਿਕੰਮਾ ਤੇ ਅਯਾਸ਼ ਹੈ ਜੋ ਆਪ 24 ਘੰਟੇ ਔਰਤਾਂ ਤੇ ਸ਼ਰਾਬ ਦੇ ਨਸ਼ੇ ਵਿੱਚ ਰਹਿੰਦਾ ਸੀ। ਉਸਨੇ ਭਲਾ ਰਿਆਸਤ ਦਾ ਕੀ ਖਿਆਲ ਰੱਖਣਾ ਸੀ? ਸਾਡੇ ਕੋਲ ਤਾਂ ਮਸਾ ਮੁੱਠੀ ਭਰ ਫੌਜ ਹੈ, ਉਹਦੇ 'ਚੋਂ ਵੀ 90% ਸਿਪਾਹੀ ਇਹੋ ਜਿਹੇ ਹਨ ਜਿਨ੍ਹਾਂ ਕੋਲ ਨਾ ਤਾਂ ਚੰਗੇ ਹਥਿਆਰ ਹਨ ਤੇ ਨਾ ਹੀ ਉਹ ਚਲਾਉਣਾ ਜਾਣਦੇ ਹਨ। ਅਸੀਂ ਅਧੀਨਗੀ ਮੰਨੀਏ ਜਾਂ ਜੰਗ ਲੜੀਏ, ਰਾਜ ਤਾਂ ਉਸੇ ਜ਼ਾਲਮ ਦਾ ਹੀ ਹੋਣਾ ਹੈ।
ਸੋ ਕਿਉਂ ਨਾ ਉਹਨਾਂ ਤੋਂ ਪਹਿਲਾਂ ਤੁਸੀਂ ਚੜ੍ਹਾਈ ਕਰਕੇ ਕਿਲੇ ਤੇ ਕਬਜ਼ਾ ਕਰ ਲਓ ਤੇ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਹਲੇਮੀ ਰਾਜ ਵਿੱਚ ਸ਼ਾਮਿਲ ਕਰ ਲਓ, ਤਾਂ ਜੋ ਸਾਨੂੰ ਵੀ ਸੁੱਖ ਦਾ ਸਾਹ ਆ ਸਕੇ। ਅਸੀਂ ਤੁਹਾਨੂੰ ਕਿਲੇ ਦਾ ਰਾਹ ਦੱਸਣ ਤੋਂ ਲੈ ਕੇ ਹਰ ਬਣਦੀ ਮਦਦ ਕਰਾਂਗੇ। ਸੋ ਜਨਤਾ ਦੇ ਦੁੱਖ ਨੂੰ ਸਮਝਦਿਆਂ ਤੇ ਖਾਲਸਾ ਰਾਜ ਨੂੰ ਵਧਾਉਣ ਦੇ ਇਰਾਦੇ ਨਾਲ ਸਿਰਫ 40 ਸਿੰਘਾਂ ਨੂੰ ਲੈ ਕੇ ਜਨਰਲ ਜ਼ੋਰਾਵਰ ਸਿੰਘ ਨੇ ਰਿਆਸੀ ਦੇ ਕਿਲੇ ਤੇ ਹਮਲਾ ਕਰ ਦਿੱਤਾ। ਬੜੀ ਆਸਾਨੀ ਨਾਲ ਕਿਸ਼ਨ ਸਿੰਘ ਨੂੰ ਪਟਕਣੀ ਦੇ ਦਿੱਤੀ ਤੇ ਹੁਣ ਖਾਲਸੇ ਰਾਜ ਦਾ ਝੰਡਾ ਉਸ ਕਿਲੇ ਤੇ ਝੂਲ ਰਿਹਾ ਸੀ। ਤੇ ਜਦੋਂ ਜ਼ਾਲਮ ਭੁਪਿੰਦਰ ਸਿੰਘ ਨੂੰ ਪਤਾ ਲੱਗਿਆ ਕਿ ਰਿਆਸੀ ਨੂੰ ਹੁਣ ਏਸ਼ੀਆ ਦੀ ਸਭ ਤੋਂ ਤਾਕਤਵਰ ਫੌਜ ਖਾਲਸਾ ਨੇ ਜਿੱਤ ਲਿਆ ਹੈ, ਤਾਂ ਉਹਦੀ ਹਮਲਾ ਕਰਨ ਦੀ ਹਿੰਮਤ ਹੀ ਨਹੀਂ ਪਈ। ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਆਪਣੇ ਜਰਨੈਲ ਦੀ ਕੂਟਨੀਤੀ ਤੇ ਬਹਾਦਰੀ ਤੇ ਬਾਗੋ ਬਾਗ ਹੋ ਗਏ। ਵਾਪਸ ਆਉਣ ਤੇ ਉਹਨਾਂ ਨੇ ਜਨਰਲ ਜ਼ੋਰਾਵਰ ਸਿੰਘ ਨੂੰ ਬਹੁਤ ਸਾਰੀਆਂ ਸੁਗਾਤਾਂ ਦੇ ਕੇ ਨਵਾਜਿਆ। ਜ਼ੋਰਾਵਰ ਸਿੰਘ ਨੇ ਬੇਨਤੀ ਕੀਤੀ ਕਿ ਮਹਾਰਾਜ, ਜੇ ਤੁਸੀਂ ਮੈਨੂੰ ਆਗਿਆ ਬਖਸ਼ੋ, ਫੌਜਾਂ ਦੇ ਜ਼ਰੂਰੀ ਜੰਗੀ ਸਮਾਨ ਮੁਹੱਈਆ ਕਰਾਓ, ਤਾਂ ਮੈਂ ਖਾਲਸਾ ਰਾਜ ਨੂੰ ਲੇਹ ਲਦਾਖ ਤੋਂ ਲੈ ਕੇ ਤਿੱਬਤ ਤੱਕ ਫੈਲਾਉਣਾ ਚਾਹੁੰਦਾ ਹਾਂ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜਰਨੈਲ ਦੀ ਹਰ ਮੰਗ ਪੂਰੀ ਕੀਤੀ। ਟਹਿਲ ਸਿੰਘ ਤੇ ਬਸਤੀ ਰਾਮ ਦੀ ਕਮਾਨ ਹੇਠ 500 ਫੌਜੀਆਂ ਦੇ ਜੱਥੇ ਨੂੰ ਤੁਰੰਤ ਰਿਆਸੀ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਉੱਥੇ ਹੋਰ ਲੋਕਲ ਫੌਜ ਨੂੰ ਭਰਤੀ ਕਰਕੇ ਟ੍ਰੇਨਿੰਗ ਦੇਣ ਲਈ ਯੂਰਪ ਦੇ ਕਰਨਲ ਗਾਰਡਨਰ ਦੀ ਅਗਵਾਈ ਹੇਠ ਇੱਕ ਵੱਡੀ ਟੀਮ ਭੇਜੀ ਗਈ। ਹੁਣ ਰਿਆਸੀ ਦੇ ਕਿਲੇ ਵਿੱਚ ਨਵੇਂ ਫੌਜੀਆਂ ਨੂੰ ਤੋੜੇਦਾਰ ਬੰਦੂਕਾਂ ਚਲਾਉਣ ਦੀ ਤੇ ਤਲਵਾਰਬਾਜ਼ੀ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਗਈ। ਉਹਨਾਂ ਨੂੰ ਖਾਲਸਾ ਆਰਮੀ ਦੀ ਤਰ੍ਹਾਂ ਟ੍ਰੇਨਿੰਗ ਪਾ ਕੇ ਪਰੇਡ ਕਰਨਾ ਸਿਖਾਇਆ ਗਿਆ। ਕਿਲੇ 'ਚ ਤੋਪਾਂ ਦੀ ਢਲਾਈ ਤੇ ਚੰਗੀ ਨਸਲ ਦੇ ਘੋੜੇ ਤਿਆਰ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ। ਇੱਕ ਵਾਰ ਜਦੋਂ ਮੂਲ ਤਿਆਰੀ ਪੂਰੀ ਹੋ ਗਈ ਤਾਂ ਜਨਰਲ ਜ਼ੋਰਾਵਰ ਸਿੰਘ ਨੇ ਛੋਟੇ-ਛੋਟੇ ਇਲਾਕਿਆਂ ਨੂੰ ਜਿੱਤ ਕੇ ਅੱਗੇ ਵਧਣਾ ਸ਼ੁਰੂ ਕੀਤਾ। ਪਰ ਇਸ ਤਰ੍ਹਾਂ ਪਹਾੜੀ ਇਲਾਕਿਆਂ ਨੂੰ ਜਿੱਤਦੇ ਹੋਏ ਵਧਣਾ ਇੰਨਾ ਸੌਖਾ ਨਹੀਂ ਸੀ, ਕਿਉਂਕਿ ਲਗਭਗ ਸਾਰੀ ਖਾਲਸਾ ਫੌਜ ਮੈਦਾਨੀ ਇਲਾਕਿਆਂ ਨੂੰ ਜਿੱਤਣ 'ਚ ਤਾਂ ਮਹਾਰਤ ਰੱਖਦੀ ਸੀ, ਪਰ ਉਹਨਾਂ ਦੇ ਸਰੀਰ ਪਹਾੜੀ ਇਲਾਕਿਆਂ ਦੇ ਹਜੇ ਆਦੀ ਨਹੀਂ ਹੋਏ ਸਨ। ਉਚਾਈ ਤੇ ਆਕਸੀਜਨ ਦੀ ਕਮੀ ਕਰਕੇ ਬਹੁਤ ਸਾਰੇ ਸਿੰਘਾਂ ਨੂੰ ਸਾਹ ਦੀਆਂ ਬਿਮਾਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਸਨ। ਜਦੋਂ ਜਨਰਲ ਜ਼ੋਰਾਵਰ ਸਿੰਘ ਦੇ ਅੱਗੇ ਵਧਣ ਦੀਆਂ ਖਬਰਾਂ ਲਦਾਖ ਦੇ ਰਾਜੇ ਦਾਰਜੋ ਨਮਗਿਲ ਤੱਕ ਪਹੁੰਚੀਆਂ ਤਾਂ ਉਹਨੇ ਆਪਣੀਆਂ ਫੌਜਾਂ ਭੇਜ ਕੇ ਅੜਿੱਕੇ ਉਡਾਉਣੇ ਸ਼ੁਰੂ ਕਰ ਦਿੱਤੇ। ਪਰ ਮੁਸ਼ਕਿਲ ਹਾਲਾਤ ਹੋਣ ਦੇ ਬਾਵਜੂਦ ਸਿੰਘ ਹਰ ਮੋਰਚੇ ਨੂੰ ਫਤਿਹ ਕਰਦੇ ਹੋਏ ਅੱਗੇ ਵਧਦੇ ਰਹੇ ਤੇ ਹੁਣ ਉਹਨਾਂ ਨੇ ਇੱਕ ਗਹਿਰੀ ਘਾਟੀ ਨੂੰ ਪਾਰ ਕਰਨਾ ਸੀ, ਜਿਹਦੇ ਦੋਵੇਂ ਪਾਸੇ ਦੀਆਂ ਬਹੁਤ ਉੱਚੀਆਂ ਪਹਾੜੀਆਂ ਤੇ ਦੋ ਸ਼ਾਨਦਾਰ ਕਿਲੇ ਬਣੇ ਹੋਏ ਸਨ, ਕਾਰਤ ਖਸੇ ਤੇ ਖਰਪੋਖਰ। ਜਦੋਂ ਵੀ ਖਾਲਸਾ ਫੌਜਾਂ ਘਾਟੀ ਪਾਰ ਕਰਨ ਦੀ ਕੋਸ਼ਿਸ਼ ਕਰਦੀਆਂ ਤਾਂ ਉਤੋਂ ਕਿਲਿਆਂ 'ਚੋਂ ਤੀਰ, ਗੋਲੀਆਂ ਤੇ ਅਗਨ ਹੰਡੀਆਂ ਨਾਲ ਹਮਲਾ ਕੀਤਾ ਜਾਂਦਾ। ਇਸ ਘਾਟੀ ਨੂੰ ਪਾਰ ਕਰਨਾ ਜਿੰਨਾ ਔਖਾ ਸੀ ਓਨਾ ਹੀ ਜ਼ਰੂਰੀ ਵੀ ਸੀ। ਇਸ ਲਈ ਫਿਰ ਘਾਟੀ ਪਾਰ ਕਰਨ ਤੋਂ ਪਹਿਲਾਂ ਇਹਨਾਂ ਕਿਲਿਆਂ ਨੂੰ ਜਿੱਤਣ ਦਾ ਫੈਸਲਾ ਕੀਤਾ ਗਿਆ। ਪਹਿਲਾ ਨੰਬਰ ਲਾਇਆ ਗਿਆ ਖਾਰ ਪੋਖਰ ਦਾ, ਜਿਹਦੇ 'ਚ 5000 ਫੌਜੀ ਤੈਨਾਤ ਸਨ ਤੇ ਉਹਦੀ ਅਗਵਾਈ ਕਰ ਰਿਹਾ ਸੀ ਪਨਖੋਪਾ ਕਾਲੋ। ਇਸ ਉਚਾਈ ਤੇ ਬਣੇ ਸ਼ਾਨਦਾਰ ਕਿਲੇ ਦੇ ਚਾਰੇ ਪਾਸੇ ਦੀਆਂ ਪਹਾੜੀਆਂ ਤੇ ਵੀ ਦੁਸ਼ਮਣ ਨੇ ਆਪਣੇ ਮੋਰਚੇ ਲਾਏ ਹੋਏ ਸਨ ਤੇ ਉੱਥੋਂ ਵੀ ਲਗਾਤਾਰ ਹਮਲੇ ਹੋ ਰਹੇ ਸਨ, ਕਿਉਂਕਿ ਵੱਡੀਆਂ ਤੋਪਾਂ ਲੈ ਕੇ ਪਹਾੜੀ ਇਲਾਕਿਆਂ 'ਚ ਵਿਚਰਿਆ ਨਹੀਂ ਜਾ ਸਕਦਾ ਸੀ। ਇਸ ਲਈ ਸਿੱਖਾਂ ਕੋਲ ਖੱਚਰਾਂ ਤੇ ਲੱਦੀਆਂ ਜਾਣ ਵਾਲੀਆਂ ਛੋਟੀਆਂ ਤੋਪਾਂ ਹੀ ਸਨ, ਪਰ ਉਚਾਈ ਤੇ ਹੋਣ ਕਰਕੇ ਉਹਨਾਂ ਛੋਟੀਆਂ ਤੋਪਾਂ ਦੀ ਮਾਰ ਕਿਲੇ ਤੱਕ ਨਹੀਂ ਪਹੁੰਚਦੀ ਸੀ। ਇਸ ਲਈ ਫਿਰ ਸਿੱਖ ਫੌਜਾਂ ਨੇ ਇੱਕ-ਇੱਕ ਕਰਕੇ ਪਹਿਲਾਂ ਨਾ ਚੋਟੀਆਂ ਤੇ ਬਣੇ ਮੋਰਚਿਆਂ ਨੂੰ ਆਪਣੇ ਕਬਜ਼ੇ ਵਿੱਚ ਲਿਆ, ਜਿਨ੍ਹਾਂ 'ਚੋਂ ਇੱਕ 400 ਫੁੱਟ ਉੱਚੀ ਚੋਟੀ ਵੀ ਸੀ। ਜਦੋਂ ਇਸ ਚੋਟੀ ਤੇ ਤੋਪਾਂ ਟਿਕਾ ਕੇ ਕਿਲੇ ਤੇ ਤੂਫਾਨੀ ਫਾਇਰਿੰਗ ਕੀਤੀ ਗਈ ਤਾਂ ਦੁਸ਼ਮਣ ਫੌਜਾਂ ਦਾ ਧਿਆਨ ਭੰਗ ਹੋ ਗਿਆ। ਉਹ ਬਸ ਚੋਟੀ ਵਾਲੇ ਪਾਸੇ ਹੀ ਜਵਾਬੀ ਫਾਇਰਿੰਗ ਕਰਦੇ ਰਹੇ, ਜਦਕਿ ਇਹ ਧਿਆਨ ਭੰਗ ਕਰਨਾ ਖਾਲਸਾ ਫੌਜਾਂ ਦੀ ਰਣਨੀਤੀ ਸੀ। ਜਦੋਂ ਦੁਸ਼ਮਣ ਫੌਜਾਂ ਦਾ ਧਿਆਨ ਤੋਪ ਵੱਲ ਸੀ ਤਾਂ ਜਨਰਲ ਜ਼ੋਰਾਵਰ ਸਿੰਘ 200 ਸਿੰਘਾਂ ਨੂੰ ਲੈ ਕੇ ਕਿਲੇ ਦੇ ਪਿਛਲੇ ਪਾਸੇ ਚੜ੍ਹਾਈ ਕਰਕੇ ਅੰਦਰ ਦਾਖਲ ਹੋਣ ਵਿੱਚ ਕਾਮਯਾਬ ਹੋ ਗਏ। ਵੱਡੇ ਪੱਧਰ ਤੇ ਕੱਟ ਵੱਢ ਤੇ ਖੂਨ ਖਰਾਬਾ ਹੋਇਆ, ਜਿਹਦੇ 'ਚ ਜਰਨੈਲ ਪਨਖੋਪਾ ਕਾਰਲੇ ਮਾਰਿਆ ਗਿਆ ਤੇ ਸਿੱਖਾਂ ਨੇ ਕਿਲੇ ਤੇ ਕਬਜ਼ਾ ਕਰ ਲਿਆ। ਹੁਣ ਵਾਰੀ ਸੀ ਕਾਰਤ ਖਸੇ ਦੀਆਂ ਪਹਾੜੀਆਂ ਤੇ ਬਣੇ ਕਿਲੇ ਦੀ, ਜਿਹਦੇ 'ਚ 7000 ਤੋਂ ਵੱਧ ਫੌਜੀ ਤੈਨਾਤ ਸਨ। ਕਿਲੇ ਦੀ ਵਿਉਂਤਬੰਦੀ ਇੰਨੀ ਜ਼ਬਰਦਸਤ ਸੀ ਕਿ ਅਗਲੇ 2 ਦਿਨਾਂ 'ਚ ਸਿੰਘਾਂ ਨੇ ਪਤਾ ਨਹੀਂ ਕਿੰਨੀ ਵਾਰ ਚੜ੍ਹਾਈ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਾਰੀ ਨੁਕਸਾਨ ਹੋਣ ਕਰਕੇ ਹਰ ਵਾਰ ਉਹਨਾਂ ਨੂੰ ਪਿੱਛੇ ਹਟਣਾ ਪਿਆ। 1000 ਤੋਂ ਵੱਧ ਸਿੰਘ ਇਹਨਾਂ 2 ਦਿਨਾਂ 'ਚ ਸ਼ਹੀਦ ਹੋ ਚੁੱਕੇ ਸਨ। ਪਰ ਦੁਸ਼ਮਣ ਟਸ ਤੋਂ ਮਸ ਨਾ ਹੋਇਆ, ਸਗੋਂ ਸਿੱਖਾਂ ਨੂੰ ਹੀ ਆਪਣੀ ਰਣਨੀਤੀ ਪੁਨਰ ਵਿਚਾਰ ਕਰਨ ਲਈ ਵਾਪਸ ਆਉਣਾ ਪਿਆ। ਅਗਲੇ 48 ਘੰਟੇ ਇੰਜ ਹੀ ਲੰਘ ਗਏ। ਪਹਾੜੀਏ ਖੁਸ਼ ਹੋ ਰਹੇ ਸਨ ਕਿ ਖਾਲਸਾ ਫੌਜਾਂ ਵਾਪਸ ਮੁੜਨ ਦੀ ਤਿਆਰੀ ਕਰ ਰਹੀਆਂ ਹਨ। ਆਖਿਰਕਾਰ ਅਗਲੀ ਰਣਨੀਤੀ ਬਣਾਉਣ ਲਈ ਰਾਤ ਦੇ ਹਨੇਰੇ ਵਿੱਚ ਕਿਲੇ ਦੀ ਵਿਉਂਤਬੰਦੀ ਦੀ ਨਿਗਾਹ ਮਾਰਨ ਗਏ ਟਹਿਲ ਸਿੰਘ ਜੀ ਨੂੰ ਇੱਕ ਜਗ੍ਹਾ ਤੋਂ ਪਾਣੀ ਦੀ ਨਿਕਾਸੀ ਹੁੰਦੀ ਵਿਖੀ। ਤੁਰੰਤ ਦਿਮਾਗ ਵਿੱਚ ਖਿਆਲ ਆਇਆ ਕਿ ਜਿੱਥੋਂ ਪਾਣੀ ਬਾਹਰ ਆ ਰਿਹਾ ਹੈ ਉੱਥੋਂ ਅੰਦਰ ਵੀ ਤਾਂ ਜਾਇਆ ਜਾ ਸਕਦਾ ਹੈ। ਅੱਧੀ ਰਾਤ ਨੂੰ ਜਦੋਂ ਕਿਲੇ ਦੇ ਜ਼ਿਆਦਾਤਰ ਸਿਪਾਹੀ ਘੋੜੇ ਵੇਚ ਕੇ ਸੁੱਤੇ ਹੋਏ ਸਨ, ਟਹਿਲ ਸਿੰਘ ਨੇ ਆਪਣੇ 50 ਸਾਥੀਆਂ ਦੇ ਨਾਲ ਅੰਦਰ ਵੜਨਾ ਸ਼ੁਰੂ ਕੀਤਾ। ਇਹ ਨਾਲਾ ਮਸਾਂ ਕੋਈ 2.5 ਫੁੱਟ ਦੀ ਸੁਰੰਗ ਸੀ, ਜਿਹਦੇ 'ਚ ਉਚਾਈ ਵੱਲ ਤਾਂ ਨੂੰ ਚੜ੍ਹਨਾ ਪੈਣਾ ਸੀ, ਉਹ ਵੀ 400 ਫੁੱਟ ਤੱਕ, ਜੋ ਕਿ ਸੁਭਾਵਿਕ ਜੀ ਗੱਲ ਹੈ ਕਿ ਬੜਾ ਔਖਾ ਕੰਮ ਸੀ। ਪਰ ਸਵੇਰ ਹੋਣ ਤੋਂ ਪਹਿਲਾਂ ਸਿੰਘ ਇਸ ਕੰਮ ਵਿੱਚ ਕਾਮਯਾਬ ਹੋ ਗਏ ਤੇ ਤੜਕੇ ਮੂੰਹ ਹਨੇਰੇ ਜਦੋਂ ਗਸ਼ਤ ਕਰਨ ਆਉਂਦਿਆਂ ਪਹਿਰੇਦਾਰਾਂ ਨੇ ਇਹਨਾਂ ਨੂੰ ਵੇਖ ਲਿਆ ਤਾਂ ਕਿਲੇ ਦੇ ਅੰਦਰ ਘਮਾਸਾਨ ਸ਼ੁਰੂ ਹੋ ਗਿਆ।
ਕੁਝ ਸਿੰਘਾਂ ਨੇ ਜਾ ਕੇ ਦਰਵਾਜ਼ਾ ਖੋਲ੍ਹ ਦਿੱਤਾ ਤੇ ਖਾਲਸਾ ਫੌਜਾਂ ਕਿਲੇ ਵਿੱਚ ਦਾਖਲ ਹੋ ਗਈਆਂ ਤੇ ਜ਼ੋਰਦਾਰ ਮੁਕਾਬਲੇ ਵਿੱਚ ਪਹਾੜੀਆਂ ਦਾ ਜਰਨੈਲ ਸਟੋਂਗ ਨਮਗਿਲ ਮਾਰਿਆ ਗਿਆ ਤੇ ਸਿੱਖਾਂ ਨੇ ਮੁਕਾਬਲਾ ਫਤਿਹ ਕਰ ਲਿਆ। ਇਹ ਘਾਟੀ ਪਾਰ ਕਰਨ ਤੋਂ ਬਾਅਦ ਇਹ ਸੂਰਮਾ ਤੂਫਾਨ ਵਾਂਗ ਹਰ ਇਲਾਕਾ ਫਤਿਹ ਕਰਦਾ ਹੋਇਆ ਅੱਗੇ ਵਧ ਰਿਹਾ ਸੀ। ਅਗਲੇ 3 ਦਹਾਕਿਆਂ ਦੇ ਵਿੱਚ ਜਨਰਲ ਜ਼ੋਰਾਵਰ ਸਿੰਘ ਨੇ ਲੇਹ, ਲਦਾਖ, ਕਾਰਗਲ, ਮਾਨਸਰੋਵਰ ਇੱਕ ਕਰਕੇ ਸਾਰੇ ਇਲਾਕਿਆਂ ਨੂੰ ਫਤਿਹ ਕਰ ਲਿਆ ਤੇ ਹੁਣ ਉਹ ਤਿੱਬਤ ਦੀ ਹੱਦ ਤੱਕ ਜਾ ਪੁੱਜਿਆ ਸੀ। ਲਦਾਖ ਨੂੰ ਜਨਰਲ ਜ਼ੋਰਾਵਰ ਸਿੰਘ ਨੇ 4 ਵਾਰ ਫਤਿਹ ਕੀਤਾ ਸੀ। ਉੱਥੋਂ ਦਾ ਫਿਰਕੂ ਰਾਜਾ ਹਰ ਵਾਰ ਚੜ੍ਹਾਈ ਕਰਨ ਤੇ ਅਧੀਨਗੀ ਮੰਨ ਲੈਂਦਾ ਸੀ, ਪਰ ਥੋੜੇ ਸਮੇਂ ਬਾਅਦ ਫੇਰ ਬਗਾਵਤ ਕਰ ਦਿੰਦਾ ਸੀ। ਆਖਰਕਾਰ ਚੌਥੀ ਵਾਰ ਜਿੱਤਣ ਤੋਂ ਬਾਅਦ ਜ਼ੋਰਾਵਰ ਸਿੰਘ ਨੇ ਇੱਥੇ ਆਪਣਾ ਪਹਿਲਾ ਕਿਲਾ ਉਸਾਰਿਆ, ਜੋ ਕਿ ਹਥਿਆਰ ਤੇ ਰਾਸ਼ਨ ਰੱਖਣ ਲਈ ਬੇਸ ਕੈਂਪ ਦਾ ਕੰਮ ਕਰਦਾ ਸੀ। ਪਰ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਅਸੀਂ ਆਪਣੀਆਂ ਇਤਿਹਾਸਿਕ ਨਿਸ਼ਾਨੀਆਂ ਦੀ ਜਮਾਂ ਕਦਰ ਨਹੀਂ ਕੀਤੀ। ਇਤਿਹਾਸ ਦੀ ਇੰਨੀ ਵੱਡੀ ਨਿਸ਼ਾਨੀ ਨੂੰ, ਲਦਾਖ ਵੱਲ ਉਸਾਰੇ ਗਏ ਖਾਲਸਾ ਰਾਜ ਦੇ ਇਸ ਪਹਿਲੇ ਕਿਲੇ ਨੂੰ ਅਸੀਂ ਸਮੇਂ ਦੀ ਰੇਤ ਵਿੱਚ ਦਫਨ ਹੋਣ ਲਈ ਛੱਡ ਦਿੱਤਾ ਤੇ ਅੱਜ ਇਸ ਤੇ ਕੋਈ ਹੋਰ ਮੱਲ ਮਾਰ ਕੇ ਬੈਠਾ ਹੈ। ਇਸ ਨੂੰ ਵੈਸ਼ਨੋ ਦੇਵੀ ਪ੍ਰਬੰਧਕ ਬੋਰਡ ਨੇ 90 ਸਾਲਾਂ ਦੇ ਪੱਟੇ ਤੇ ਆਪਣੇ ਨਾਮ ਕਰਾ ਲਿਆ ਹੈ ਤੇ ਨਾ ਹੀ ਉਹਨਾਂ ਨੇ ਜਰਨੈਲ ਜ਼ੋਰਾਵਰ ਸਿੰਘ ਦਾ ਇਤਿਹਾਸ ਬਦਲਣ 'ਚ ਕੋਈ ਕੋਰ ਕਸਰ ਛੱਡੀ। ਤੇ ਇਤਿਹਾਸ ਦੀਆਂ ਨਵੀਆਂ ਲਿਖਤਾਂ 'ਚ ਸਾਨੂੰ ਮਿਲਦਾ ਹੈ ਕਿ ਜਰਨਲ ਜ਼ੋਰਾਵਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ 'ਚੋਂ ਕਤਲ ਕਰਕੇ ਭਗੌੜਾ ਹੋ ਗਿਆ ਸੀ ਤੇ ਇਸ ਤੋਂ ਬਾਅਦ ਉਹ ਜਾ ਕੇ ਕਾਂਗੜੇ ਦੇ ਰਾਜੇ ਨਾਲ ਜਾ ਰਲਿਆ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਕਾਂਗੜੇ ਨੂੰ ਘੇਰਾ ਪਾਇਆ ਤਾਂ ਉੱਥੋਂ ਦੇ ਰਾਜੇ ਨੇ ਆਪਣੀ ਜਾਨ ਬਚਾਉਣ ਲਈ ਜ਼ੋਰਾਵਰ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਹਵਾਲੇ ਕਰ ਦਿੱਤਾ। ਗ੍ਰਿਫਤਾਰ ਕਰਕੇ ਵਾਪਸ ਲਿਆਉਂਦੇ ਸਮੇਂ ਇੱਕ ਦਰਿਆ ਦੇ ਕੰਢੇ ਪਹੁੰਚਣ ਤੇ ਇਸਨੇ ਜੰਗਲ ਪਾਣੀ ਜਾਣ ਦਾ ਬਹਾਨਾ ਬਣਾਇਆ ਤੇ ਦੁਬਾਰਾ ਦਰਿਆ 'ਚ ਛਾਲ ਮਾਰ ਕੇ ਉੱਥੋਂ ਫਰਾਰ ਹੋ ਗਿਆ। ਇਸ ਤਰ੍ਹਾਂ ਦੇ ਝੂਠੇ ਇਤਿਹਾਸ ਬਣਾ ਕੇ ਸਾਡੇ ਇਸ ਮਹਾਨ ਸੂਰਮੇ ਨੂੰ ਜਲੀਲ ਕੀਤਾ ਜਾ ਰਿਹਾ ਹੈ। ਜਨਰਲ ਜ਼ੋਰਾਵਰ ਸਿੰਘ ਦੀਆਂ ਫੌਜਾਂ ਨੇ ਆਪਣੀਆਂ ਮੁਹਿੰਮਾਂ 'ਚ ਅੱਗੇ ਵਧਦੇ ਹੋਏ 12 ਵੱਡੇ ਦर्रे ਪਾਰ ਕੀਤੇ ਸਨ। ਜਿਹੜੇ ਸੱਜਣਾ ਨੇ ਕਦੇ ਪਹਾੜੀ ਇਲਾਕੇ ਦਾ ਦੌਰਾ ਕੀਤਾ ਹੋਊਗਾ ਉਹ ਜਾਣਦੇ ਹੋਣਗੇ ਕਿ ਗਰਮੀ ਦੇ ਮੌਸਮ ਵਿੱਚ ਇਹਨਾਂ ਦਰਿਆਂ 'ਚੋਂ ਕਿੰਨੀ ਤੇਜ਼ੀ ਨਾਲ ਪਾਣੀ ਵਹਿੰਦਾ ਹੈ। ਸੋ ਇਹਨਾਂ ਦਰਿਆਂ ਨੂੰ ਪਾਰ ਕਰਨ ਲਈ ਜ਼ੋਰਾਵਰ ਸਿੰਘ ਸਿਆਲ ਦਾ ਮੌਸਮ ਆਉਣ ਤੇ ਇਹਨਾਂ ਦਰਿਆਂ ਦੇ ਜੰਮਣ ਦੀ ਉਡੀਕ ਕਰਦੇ ਸਨ। ਪਰ ਇਤਿਹਾਸ ਬਦਲਣ ਵਾਲਿਆਂ ਨੇ ਇੱਥੇ ਵੀ ਕੋਈ ਕੋਰ ਕਸਰ ਨਹੀਂ ਛੱਡੀ। ਅੱਜ ਉੱਤੇ ਹਰ ਦर्रे ਦੇ ਕੋਲ ਕਾਲੀ ਮਾਤਾ ਦਾ ਇੱਕ ਛੋਟਾ ਜਿਹਾ ਮੰਦਿਰ ਬਣਿਆ ਹੋਇਆ ਹੈ ਤੇ ਜਿੱਥੇ ਲਿਖਿਆ ਹੈ ਇਹ ਉਹ ਜਗ੍ਹਾ ਹੈ ਜਿੱਥੇ ਜਨਰਲ ਜ਼ੋਰਾਵਰ ਸਿੰਘ ਨੇ ਕਈ ਦਿਨਾਂ ਤੱਕ ਬੈਠ ਕੇ ਦੇਵੀ ਦੀ ਆਰਾਧਨਾ ਕੀਤੀ ਸੀ। ਪ੍ਰਸੰਨ ਹੋ ਕੇ ਦੇਵੀ ਨੇ ਦर्रे 'ਚ ਬਰਫ਼ ਜਮਾ ਦਿੱਤੀ ਤੇ ਜ਼ੋਰਾਵਰ ਸਿੰਘ ਦੀਆਂ ਫੌਜਾਂ ਨੇ ਦर्रा ਪਾਰ ਕੀਤਾ। ਪਰ ਇਸ ਬਰਫੀਲੇ ਮੌਸਮ 'ਚ ਜਦੋਂ ਤਾਪਮਾਨ -45 ਡਿਗਰੀ ਤੱਕ ਪਹੁੰਚ ਜਾਂਦਾ ਸੀ, ਇਹ ਪਹਾੜੀ ਪੰਧ ਕੱਟਣਾ ਕੋਈ ਸੌਖਾ ਨਹੀਂ ਸੀ। ਇੰਨੀ ਠੰਡ 'ਚ ਅੱਗ ਤਾਂ ਬਲਦੀ ਨਹੀਂ ਸੀ, ਇਸ ਲਈ ਸਿੰਘਾਂ ਨੂੰ ਕੱਚੇ ਚੌਲ ਤੇ ਕੱਚਾ ਮਾंस ਖਾ ਕੇ ਗੁਜ਼ਾਰਾ ਕਰਨਾ ਪੈਂਦਾ ਸੀ, ਜਿਸ ਕਾਰਨ ਪੂਰੀ ਫੌਜ ਨੂੰ ਪੇਟ ਦੀਆਂ ਬਿਮਾਰੀਆਂ ਹੋ ਗਈਆਂ ਸਨ। ਉਚਾਈ ਤੇ ਆਕਸੀਜਨ ਦੀ ਕਮੀ ਕਰਕੇ ਪੂਰੀ ਫੌਜ ਦਾ ਬੁਰਾ ਹਾਲ ਸੀ। ਉਹਨਾਂ ਸਮਿਆਂ 'ਚ ਚਸ਼ਮੇ ਭਲਾ ਕਿੱਥੇ ਲੱਭਦੇ ਸਨ। ਪਿਛਲੇ 20-25 ਸਾਲਾਂ ਤੋਂ ਸਨੋਫਾਲ 'ਚ ਫਿਰ ਕੇ ਲਗਭਗ 80% ਸਿੰਘਾਂ ਦੀ ਅੱਖਾਂ ਦੀ ਰੋਸ਼ਨੀ ਮੱਟੀ ਪੈ ਗਈ ਸੀ। ਉਹਨਾਂ ਦੇ ਘੋੜੇ ਵੀ ਇੰਨੇ ਠੰਡੇ ਮੌਸਮ 'ਚ ਰਹਿਣ ਦੇ ਆਦੀ ਨਹੀਂ ਸਨ, ਇਸ ਲਈ ਉਹ ਵੀ ਗਲਘੋਟੂ ਦੀ ਬਿਮਾਰੀ ਨਾਲ ਮਰ ਰਹੇ ਸਨ। ਗਰਮ ਕੱਪੜੇ ਤੇ ਮੂਲ ਸਹੂਲਤਾਂ ਨਾ ਹੋਣ ਵਰਗੀਆਂ ਛੋਟੀਆਂ-ਮੋਟੀਆਂ ਦਿੱਕਤਾਂ ਦੀ ਤਾਂ ਮੈਂ ਗੱਲ ਹੀ ਨਹੀਂ ਕਰਦਾ। ਡੋਗਰੇ ਭਰਾਵਾਂ ਨੇ ਰਲ ਕੇ ਕਿਸ ਤਰ੍ਹਾਂ ਸਿੱਖ ਰਾਜ ਦਾ ਬੇੜਾ ਗਰਕ ਕੀਤਾ, ਇਹ ਦਰਦ ਅੱਜ ਕਿਸੇ ਤੋਂ ਲੁਕਿਆ ਨਹੀਂ ਹੈ। ਕਿਸ ਤਰ੍ਹਾਂ ਉਹਨਾਂ ਪਹਿਲਾਂ ਸਰਦਾਰ ਹਰੀ ਸਿੰਘ ਨਲੂਆ ਨੂੰ ਧੋਖੇ ਨਾਲ ਸ਼ਹੀਦ ਕਰਵਾਇਆ, ਕਿਸ ਤਰ੍ਹਾਂ ਸੱਤਾ ਦੇ ਲਾਲਚ 'ਚ ਅੰਨੇ ਹੋ ਕੇ ਮਹਾਰਾਜਾ ਰਣਜੀਤ ਸਿੰਘ ਦੇ ਪੂਰੇ ਪਰਿਵਾਰ ਨੂੰ ਇੱਕ-ਇੱਕ ਕਰਕੇ ਮਰਵਾ ਦਿੱਤਾ, ਕਿਸ ਤਰ੍ਹਾਂ ਅੰਗਰੇਜ਼ਾਂ ਨਾਲ ਰਲ ਕੇ ਐਂਗਲੋ ਸਿੱਖ ਵਾਰਾਂ 'ਚ ਸੈਂਕੜੇ ਸਿੱਖ ਫੌਜੀ ਸ਼ਹੀਦ ਕਰਵਾਏ। ਇਹਨਾਂ ਸਭ ਤੇ ਡਿਟੇਲ ਵਿੱਚ ਵੀਡੀਓ ਬਣਾ ਕੇ ਮੈਂ ਇਸ ਚੈਨਲ ਤੇ ਅਪਲੋਡ ਕੀਤੇ ਹੋਏ ਹਨ। ਇਸ ਮਹਾਨ ਜਰਨੈਲ ਦੀ ਸ਼ਹੀਦੀ ਲਈ ਵੀ ਤੁਸੀਂ ਕਿਸੇ ਹੋਰ ਦਾ ਨਾਂ ਸੋਚਣ ਦੀ ਖੇਚਲ ਨਾ ਕਰਿਓ। ਇਹ ਕਾਰਨਾਮਾ ਵੀ ਡੋਗਰੇ ਭਰਾਵਾਂ ਦਾ ਹੀ ਹੈ। ਬਹੁਤ ਸਾਰੇ ਲੋਕ ਅੱਜ ਵੀ ਇਹ ਮੰਨਦੇ ਹਨ ਕਿ ਜਨਰਲ ਜ਼ੋਰਾਵਰ ਸਿੰਘ ਦੀਆਂ ਸਿੱਖਾਂ 'ਚ ਡੋਗਰੇ ਭਰਾਵਾਂ ਦੀ ਸਪੋਰਟ ਸੀ, ਪਰ ਇਹ ਇੱਕ ਬਣੀ ਬਣਾਈ ਗੱਲ ਹੈ ਜੋ ਇਸ ਲਈ ਕਹੀ ਜਾਂਦੀ ਹੈ ਕਿਉਂਕਿ ਗੁਲਾਬ ਸਿੰਘ ਡੋਗਰਾ ਉਸ ਸਮੇਂ ਕਸ਼ਮੀਰ ਦਾ ਰਾਜਾ ਸੀ ਤੇ ਸਿਪੇ ਸਲਾਰ ਦੇ ਅਹੁਦੇ ਤੇ ਰਹਿਣ ਤੱਕ, ਯਾਨੀ ਕਿ ਪਹਿਲਾ ਕਿਲਾ ਜਿੱਤਣ ਤੱਕ ਜਨਰਲ ਜ਼ੋਰਾਵਰ ਸਿੰਘ ਗੁਲਾਬ ਸਿੰਘ ਦੇ ਅੰਡਰ ਰਹਿ ਕੇ ਹੀ ਕੰਮ ਕਰਦਾ ਸੀ। ਹੁਣ ਕੁਝ ਲੋਕ ਮੇਰੀ ਇਸ ਗੱਲ ਨਾਲ ਸਹਿਮਤ ਨਹੀਂ ਹੋਣਗੇ, ਪਰ ਇਹ ਗੱਲ ਮੈਂ ਨਹੀਂ, ਸਿੱਖ ਇਤਿਹਾਸ ਦੇ ਸਭ ਤੋਂ ਚੋਟੀ ਦੇ ਇਤਿਹਾਸਕਾਰ ਡਾਕਟਰ ਸੁਖਪ੍ਰੀਤ ਸਿੰਘ ਉਡੋਕੇ ਜਨਰਲ ਜ਼ੋਰਾਵਰ ਸਿੰਘ ਦੀ ਬਣਾਈ ਆਪਣੀ ਡਾਕੂਮੈਂਟਰੀ ਵਿੱਚ ਦੱਸਦੇ ਹਨ। ਹੁਣ ਤੱਕ ਆਪਾਂ ਜਨਰਲ ਜ਼ੋਰਾਵਰ ਸਿੰਘ ਦੀਆਂ ਲੜੀਆਂ ਜੰਗਾਂ ਦੀ ਹੀ ਗੱਲ ਕੀਤੀ ਹੈ, ਪਰ ਇਹ ਸੂਰਮਾ ਕੂਟਨੀਤਿਕ ਰੂਪ ਨਾਲ ਵੀ ਬਹੁਤ ਅੱਗੇ ਦੀ ਸੋਚਦਾ ਸੀ। ਉਸਨੇ ਨੇਪਾਲ ਦੇ ਰਾਜੇ ਅਮਰ ਸਿੰਘ ਥਾਪਾ ਨਾਲ ਰਲ ਕੇ ਇੱਕ ਜੁਗਤ ਬਣਾਈ ਕਿ ਅਸੀਂ ਤਿੱਬਤ ਦਾ ਇਲਾਕਾ ਫਤਿਹ ਕਰਕੇ ਤੁਹਾਡੀ ਸਰਹੱਦ ਤੱਕ ਪਹੁੰਚਣ ਵਾਲੇ ਹਾਂ। ਉਧਰੋਂ ਰੂਸ ਦਾ ਸ਼ਾਸਕ ਜ਼ਾਰ ਵੀ ਸਾਡੇ ਨਾਲ ਰਲਣ ਨੂੰ ਤਿਆਰ ਹੈ, ਜਿਸ ਦੇ ਸਬੂਤ ਅੱਜ ਵੀ ਕਲਿੰਗਮ ਦੀਆਂ ਲਿਖਤਾਂ ਵਿੱਚ ਮਿਲਦੇ ਹਨ। ਤੇ ਜਦੋਂ ਆਪਾਂ ਸਾਰੇ ਪਾਸੇ ਰਲ ਕੇ ਬ੍ਰਿਟਿਸ਼ ਹਕੂਮਤ ਤੇ ਦਬਾਅ ਪਾਇਆ ਤਾਂ ਉਹਨਾਂ ਨੂੰ ਪਿੱਛੇ ਹਟਣ ਨੂੰ ਮਜਬੂਰ ਹੋਣਾ ਹੀ ਪਊਗਾ। ਨੇਪਾਲ ਤੇ ਰੂਸ ਦੇ ਨਾਲ ਰਲਣ ਦਾ ਕਾਰਨ ਇਹ ਸੀ ਕਿ ਜਿਸ ਰਫ਼ਤਾਰ ਨਾਲ ਬ੍ਰਿਟਿਸ਼ ਆਪਣੀ ਹਕੂਮਤ ਵਧਾ ਰਹੇ ਸਨ, ਉਹਨਾਂ ਨੂੰ ਵੀ ਖਤਰਾ ਮਹਿਸੂਸ ਹੋ ਰਿਹਾ ਸੀ ਤੇ ਕੱਲੇ-ਕੱਲੇ ਉਹ ਵੀ ਬ੍ਰਿਟਿਸ਼ ਹਕੂਮਤ ਨਾਲ ਪੰਗਾ ਲੈਣ ਤੋਂ ਡਰਦੇ ਸਨ।
ਹਾਲਾਂਕਿ ਉਸ ਸਮੇਂ ਤੱਕ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਚੁੱਕੇ ਸਨ ਤੇ ਹੁਣ ਗੱਦੀ ਤੇ ਉਹਨਾਂ ਦਾ ਪੁੱਤਰ ਮਹਾਰਾਜਾ ਸ਼ੇਰ ਸਿੰਘ ਸੀ। ਜਨਰਲ ਜ਼ੋਰਾਵਰ ਸਿੰਘ ਨੂੰ ਪਤਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਹੁਣ ਉਹਨਾਂ ਨੂੰ ਪਹਿਲਾਂ ਵਰਗੀ ਮਦਦ ਨਹੀਂ ਮਿਲਣੀ, ਪਰ ਫਿਰ ਵੀ ਆਪਣੀ ਧਰਤੀ ਨੂੰ ਗੋਰਿਆਂ ਤੋਂ ਮੁਕਤ ਕਰਾਉਣ ਦਾ ਸੁਪਨਾ ਸਜਾਈ ਉਹ ਸੂਰਮਾ ਬੱਚੀ ਖੁਚੀ ਕਮਜ਼ੋਰ ਤੇ ਬਿਮਾਰ ਫੌਜ ਨੂੰ ਲੈ ਕੇ ਵੀ ਅੱਗੇ ਵਧ ਰਿਹਾ ਸੀ। ਉਹਨਾਂ ਲਈ ਤਿੱਬਤ ਜਿੱਤਣਾ ਕੋਈ ਵੱਡੀ ਗੱਲ ਨਹੀਂ ਸੀ। ਨੇਪਾਲ ਤੇ ਰੂਸ ਵੀ ਮਦਦ ਨੂੰ ਤਿਆਰ ਸਨ। ਮਹਾਰਾਜਾ ਸ਼ੇਰ ਸਿੰਘ ਨੇ ਵੀ ਹਾਮੀ ਭਰ ਦਿੱਤੀ ਸੀ ਤੇ ਸੰਧਾਵਾਲੀਆ ਸਰਦਾਰ ਵੀ ਦਰਬਾਰ ਵਿੱਚ ਸਪੋਰਟ ਕਰ ਰਹੇ ਸਨ। ਜੇ ਕਾਮਯਾਬੀ ਮਿਲ ਜਾਂਦੀ ਤਾਂ ਅੱਜ ਹਿੰਦੁਸਤਾਨ ਦਾ ਇਤਿਹਾਸ ਕੁਝ ਹੋਰ ਹੀ ਹੋਣਾ ਸੀ, ਪਰ ਉਸੇ ਸਮੇਂ ਡੋਗਰਿਆਂ ਦਾ ਪੱਠਾ ਬਹਿ ਗਿਆ। ਇੱਕ ਵਾਰ ਫਿਰ ਸਿੱਖ ਰਾਜ ਨਾਲ ਗਦਾਰੀ ਕਰਦਿਆਂ ਉਹਨਾਂ ਨੇ ਪੰਜਾਬ 'ਚ ਬੈਠੇ ਨੇਪਾਲੀ ਰਾਜਦੂਤ ਮਹਿਤਾਬਰ ਸਿੰਘ ਨੂੰ ਸੱਤਾ ਦਾ ਲਾਲਚ ਦੇ ਕੇ ਖਰੀਦ ਲਿਆ ਤੇ ਉਸਨੇ ਸਾਰੀਆਂ ਗੁਪਤ ਸੂਚਨਾਵਾਂ ਲੀਕ ਕਰ ਦਿੱਤੀਆਂ। ਜ਼ੋਰਾਵਰ ਸਿੰਘ ਦਾ ਸਾਰਾ ਪਲਾਨ ਸੁਣਨ ਤੋਂ ਬਾਅਦ ਗੋਰੇ ਅਫਸਰ ਤੇ ਡੋਗਰੇ ਦੋਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਸਾਡੇ ਤਖਤਾ ਪਲਟ ਦੀ ਇੰਨੀ ਤਗੜੀ ਵਿਉਂਤਬੰਦੀ ਹੋ ਰਹੀ ਹੈ। ਡੋਗਰਿਆਂ ਨੂੰ ਪਤਾ ਸੀ ਕਿ ਮਹਾਰਾਜਾ ਸ਼ੇਰ ਸਿੰਘ ਕਿੰਨੇ ਕੁ ਪਾਣੀ 'ਚ ਹੈ। ਉਹਨਾਂ ਮਹਾਰਾਜਾ ਸ਼ੇਰ ਸਿੰਘ ਕੋਲ ਜਾ ਕੇ ਬਹਾਨਾ ਬਣਾਇਆ ਕਿ ਪਹਿਲਾਂ ਹੀ ਜੰਗਾਂ ਯੁੱਧਾਂ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਤੇ ਅੱਗੇ ਸਿਆਲ ਦਾ ਮੌਸਮ ਆ ਰਿਹਾ ਹੈ, ਇਸ ਲਈ ਹੋਰ ਜ਼ਿਆਦਾ ਨੁਕਸਾਨ ਤੋਂ ਬਚਣ ਲਈ ਤੁਸੀਂ ਜ਼ੋਰਾਵਰ ਸਿੰਘ ਨੂੰ ਘੱਟੋ ਘੱਟ ਗਰਮੀ ਦੀ ਰੁੱਤ ਆਉਣ ਤੱਕ ਅੱਗੇ ਵਧਣ ਤੋਂ ਰੋਕ ਦਿਓ। ਸ਼ਾਤਰ ਡੋਗਰੇ ਆਪਣੀਆਂ ਗੱਲਾਂ ਦੇ ਜਾਲ 'ਚ ਫਸਾ ਕੇ ਮਹਾਰਾਜਾ ਸ਼ੇਰ ਸਿੰਘ ਤੋਂ ਇਹ ਪੱਤਰ ਲਿਖਾਉਣ ਵਿੱਚ ਕਾਮਯਾਬ ਹੋ ਗਏ ਤੇ ਬਿਨਾਂ ਦੇਰੀ ਕੀਤੇ ਰਾਤੋਂ ਰਾਤ ਇਹ ਪੱਤਰ ਜਨਰਲ ਜ਼ੋਰਾਵਰ ਸਿੰਘ ਤੱਕ ਪਹੁੰਚਾਇਆ ਗਿਆ। ਖਾਸ ਤੌਰ ਤੇ ਸਖਤ ਭਾਸ਼ਾ 'ਚ ਲਿਖਵਾਏ ਗਏ ਇਸ ਪੱਤਰ ਨੂੰ ਪੜ੍ਹਨ ਤੋਂ ਬਾਅਦ ਨਾ ਚਾਹੁੰਦੇ ਹੋਏ ਵੀ ਮੁਹਿੰਮ ਨੂੰ ਵਿੱਚੇ ਛੱਡ ਕੇ ਜਨਰਲ ਜ਼ੋਰਾਵਰ ਸਿੰਘ ਨੂੰ ਵਾਪਸ ਮੁੜਨਾ ਪਿਆ। ਗੱਦਾਰੀ ਦੀ ਇਹ ਕਹਾਣੀ ਇੱਥੇ ਹੀ ਨਹੀਂ ਮੁੱਕਦੀ। ਜਿਹੜੇ ਇਲਾਕੇ ਨੂੰ ਜਿੱਤ ਕੇ ਜ਼ੋਰਾਵਰ ਸਿੰਘ ਅੱਗੇ ਵਧੇ ਸਨ ਉਹਨਾਂ ਸਭ ਨੂੰ ਗੁਪਤ ਸੂਚਨਾਵਾਂ ਭੇਜ ਕੇ ਜ਼ੋਰਾਵਰ ਸਿੰਘ ਦੇ ਵਾਪਸ ਆਉਣ ਦੀ ਖਬਰ ਪਹੁੰਚਾਈ ਗਈ। ਆਪਣਾ ਰਾਜ ਵਾਪਸ ਪਾਉਣ ਦਾ ਸੁਨਹਿਰਾ ਮੌਕਾ ਉਹ ਜਾਣ ਕਿਵੇਂ ਦਿੰਦੇ। ਤਾਰਤ ਖਸੇ, ਲੇਹ, ਲਦਾਖ, ਤੋਸ਼ੀਖੁੰਡ, ਮਾਨਸਰੋਵਰ, ਕਾਰਗਿਲ, ਨੀਮੋ ਇਹਨਾਂ ਸਾਰੇ ਰਾਜਿਆਂ ਨੇ ਰਲ ਕੇ 60,000 ਦੀ ਵੱਡੀ ਫੌਜ ਇਕੱਠੀ ਕਰ ਲਈ ਤੇ ਵਾਪਸ ਆਉਂਦੀ ਖਾਲਸਾ ਫੌਜ ਨੂੰ ਘੇਰਾ ਪਾ ਲਿਆ। ਜਿਨ੍ਹਾਂ ਕੋਲ ਮਸਾਂ 2,000 ਸਿਪਾਹੀ ਸਨ, ਉਹ ਵੀ ਥੱਕੇ ਟੁੱਟੇ ਤੇ ਬਿਮਾਰ ਹਾਲਤ ਵਿੱਚ। ਹੁਣ ਮਸਲਾ ਖਾਲਸਾ ਰਾਜ ਲਈ ਇਲਾਕਾ ਜਿੱਤਣ ਦਾ ਨਹੀਂ, ਸਗੋਂ ਜਿੱਤੇ ਹੋਏ ਇਲਾਕੇ 'ਚੋਂ ਵਾਪਸ ਖਾਲਸਾ ਰਾਜ 'ਚ ਆਉਣ ਦਾ ਸੀ। ਉਹ ਤਰੀਕ ਸੀ 12 ਦਸੰਬਰ 1841 ਜਦੋਂ -34 ਡਿਗਰੀ ਦੇ ਖੂਨ ਜਮਾ ਦੇਣ ਵਾਲੇ ਤਾਪਮਾਨ ਵਿੱਚ ਇਹ ਬਿਮਾਰ ਤੇ ਥੱਕੇ ਟੁੱਟੇ 2,000 ਫੌਜੀ 60,000 ਦੀ ਵੱਡੀ ਫੌਜ ਦੇ ਸਾਹਮਣੇ ਖੜੇ ਸਨ। ਸਵੇਰ ਤੋਂ ਸ਼ਾਮ ਤੱਕ ਭਿਆਨਕ ਖੂਨੀ ਜੰਗ ਹੋਈ। ਵੱਡੇ ਪੱਧਰ ਦੀ ਕੱਟ-ਵੱਢ ਤੋਂ ਬਾਅਦ ਚਿੱਟੀ ਬਰਫ਼ ਤੇ ਲਹੂ ਦਾ ਲਾਲ ਗਲੀਚਾ ਵਿਛ ਗਿਆ। ਖਾਲਸੇ ਦਾ ਇਹ ਮਹਾਨ ਜਰਨੈਲ ਦੁਸ਼ਮਣ ਫੌਜ ਦੇ ਆਹੂ ਲਾਉਂਦੇ ਹੋਏ ਅੱਗੇ ਵਧ ਰਿਹਾ ਸੀ ਤੇ ਅਚਾਨਕ ਇੱਕ ਗੋਲੀ ਆ ਕੇ ਸੂਰਮੇ ਦੇ ਪੱਟ ਤੇ ਵੱਜੀ ਤੇ ਉਹ ਘੋੜੇ ਤੋਂ ਥੱਲੇ ਡਿੱਗ ਪਿਆ, ਪਰ ਫਿਰ ਵੀ ਉਸਨੇ ਲੜਨਾ ਜਾਰੀ ਰੱਖਿਆ। ਇਸੇ ਹਾਲਾਤ 'ਚ ਲੜਦਿਆਂ ਇੱਕ ਵਰਸ਼ਾ ਆ ਕੇ ਜ਼ੋਰਾਵਰ ਸਿੰਘ ਦੀ ਪਿੱਠ 'ਚ ਵੱਜਾ ਤੇ ਛਾਤੀ ਨੂੰ ਪਾੜਦਾ ਹੋਇਆ ਆਰ-ਪਾਰ ਹੋ ਗਿਆ। ਪਰ ਜ਼ੋਰਾਵਰ ਸਿੰਘ ਦਾ ਖੌਫ ਹੀ ਇੰਨਾ ਸੀ ਕਿ ਤੜਫਦੇ ਸਰੀਰ ਦੇ ਵੀ ਕੋਈ ਨੇੜੇ ਜਾਣ ਨੂੰ ਤਿਆਰ ਨਹੀਂ ਸੀ। ਆਖਿਰਕਾਰ ਮੌਤ ਤੋਂ ਬਾਅਦ ਵੀ ਤੀਰ ਮਾਰ ਕੇ ਪੂਰਾ ਸਰੀਰ ਵਿੰਨ ਦੇਣ ਤੋਂ ਬਾਅਦ ਹੀ ਕੋਈ ਨੇੜੇ ਆਉਣ ਨੂੰ ਤਿਆਰ ਹੋਇਆ। ਇਸ ਤੋਂ ਬਾਅਦ ਇਹਨਾਂ ਪਹਾੜੀਆਂ ਨੇ ਇਸ ਸ਼ੇਰ ਤੋਂ ਵੀ ਵੱਧ ਦਲੇਰ ਦੇ ਸਰੀਰ ਨਾਲ ਕੀ ਕੀਤਾ ਉਹ ਆਪਾਂ ਵੀਡੀਓ ਦੀ ਸ਼ੁਰੂਆਤ ਵਿੱਚ ਦੇਖ ਚੁੱਕੇ ਹਾਂ। ਇਸ ਜੰਗ ਵਿੱਚ ਸਾਰੇ ਦੇ ਸਾਰੇ 2,000 ਫੌਜੀ ਸ਼ਹੀਦ ਹੋ ਗਏ ਸਨ। ਬਸ ਮਸਾਂ 250 ਉੱਥੋਂ ਬਚ ਕੇ ਨਿਕਲਣ ਵਿੱਚ ਕਾਮਯਾਬ ਹੋਏ, ਜਿਨ੍ਹਾਂ ਨੇ ਆ ਕੇ ਆਸ਼ਾਕੋਟ ਦੇ ਕਿਲੇ ਵਿੱਚ ਸ਼ਰਨ ਲਈ। ਪਰ ਜ਼ਾਲਮਾਂ ਨੇ ਇਹਨਾਂ 250 ਸਿੱਖਾਂ ਤੇ ਵੀ ਖੂਫੀਆ ਨਜ਼ਰ ਰੱਖੀ ਤੇ ਜਦੋਂ ਕੁਝ ਦਿਨਾਂ ਬਾਅਦ ਉਹ ਕਿਲੇ ਚੋਂ ਨਿਕਲ ਕੇ ਜਾਣ ਲੱਗੇ ਤਾਂ ਪਿੱਛੋਂ ਆ ਕੇ ਇਹਨਾਂ ਤੇ ਅਚਾਨਕ ਹਮਲਾ ਕੀਤਾ ਤੇ ਇਹਨਾਂ ਸਾਰੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਉੱਤਰਾਖੰਡ 'ਚ 16,000 ਦੀ ਫਿੱਟ ਦੀ ਉਚਾਈ ਤੇ ਇੱਕ ਝੀਲ ਹੈ, ਰੂਪਕੁੰਡ ਝੀਲ। ਇਸ ਦੀ ਡੂੰਘਾਈ ਮਸਾਂ 2 ਮੀਟਰ ਹੈ। ਜਦੋਂ ਵੀ ਕੋਈ ਇਸ ਝੀਲ ਵਿੱਚ ਹੱਥ ਮਾਰਦਾ ਹੈ ਤਾਂ ਉਹਦੇ ਹੱਥ ਵਿੱਚ ਕੁਝ ਨਾ ਕੁਝ ਜ਼ਰੂਰ ਆਉਂਦਾ ਹੈ। ਕੀ ਆਉਂਦਾ ਹੈ? ਕਦੀ ਕਿਸੇ ਮਨੁੱਖ ਦੀ ਖੋਪੜੀ, ਕਦੀ ਲੱਤ ਦੀ ਹੱਡੀ, ਕਦੀ ਬਾਂਹ ਦੀ ਹੱਡੀ, ਕਦੀ ਕਿਸੇ ਘੋੜੇ ਦੀ ਹੱਡੀ, ਕਦੀ ਕੋਈ ਭਾਲਾ ਜਾਂ ਤੀਰ ਜਾਂ ਜੰਗ ਦਾ ਕੋਈ ਹੋਰ ਸਮਾਨ। ਇਹ ਸਾਰੀ ਝੀਲ ਅੱਜ ਵੀ ਉਹਨਾਂ ਸ਼ਹੀਦਾਂ ਦੀਆਂ ਹੱਡੀਆਂ ਨਾਲ ਭਰੀ ਹੋਈ ਹੈ ਜਿਨ੍ਹਾਂ ਨੂੰ ਉਹਨਾਂ ਜ਼ਾਲਮਾਂ ਨੇ ਸ਼ਹੀਦ ਕਰ ਦਿੱਤਾ ਸੀ ਤੇ ਬਾਅਦ ਵਿੱਚ ਬਰਫ਼ ਪੈਣ ਤੇ ਲਾਸ਼ਾਂ ਉੱਥੇ ਹੀ ਦਫਨ ਹੋ ਕੇ ਰਹਿ ਗਈਆਂ। ਲੇਕ ਆਫ ਸਕੈਲਟਨ ਦੇ ਨਾਮ ਨਾਲ ਇਹ ਝੀਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਤੁਸੀਂ ਗੂਗਲ ਤੇ ਸਰਚ ਕਰਕੇ ਵੀ ਦੇਖ ਸਕਦੇ ਹੋ। ਹੁਣ ਤਾਂ ਮੈਨੂੰ ਵਾਰ-ਵਾਰ ਇਹ ਗੱਲ ਕਹਿਣ ਤੇ ਵੀ ਸ਼ਰਮ ਆਉਣ ਲੱਗ ਪਈ ਹੈ ਕਿ ਅਸੀਂ ਬਾਕੀ ਇਤਿਹਾਸਿਕ ਸਥਾਨਾਂ ਦੀ ਤਰ੍ਹਾਂ ਇਹਨੂੰ ਵੀ ਰੁਲਣ ਲਈ ਹੀ ਛੱਡ ਦਿੱਤਾ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਤਿਹਾਸ 'ਚ ਮਿਲਾਵਟ ਕਰਨ ਵਾਲੇ ਕਪਟੀਆਂ ਦਾ ਟੋਲਾ ਇਹ ਉਡੀਕ ਕਰਦਾ ਰਹਿੰਦਾ ਕਿ ਕਦੋਂ ਆ ਕੇ ਅਸੀਂ ਇਹਨੂੰ ਸੰਭਾਲਾਂਗੇ? ਉਹਨਾਂ ਪਿੰਜਰਾਂ ਦੀ ਫੀਮਰ ਯਾਨੀ ਕਿ ਲੱਤ ਤੇ ਹੱਡੀ ਤੇ ਕੀਤੀਆਂ ਰਿਸਰਚ ਤੋਂ ਪਤਾ ਲੱਗਦਾ ਹੈ ਕਿ ਇਹ ਪਿੰਜਰ ਲੰਮੇ ਕੱਦ ਦੇ ਲੋਕਾਂ ਦੇ ਹਨ, ਨਾ ਕਿ ਉੱਥੋਂ ਦੇ ਮੱਧਰੇ ਕੱਦ ਦੇ ਸਥਾਨਕ ਲੋਕਾਂ ਦੇ। DNA ਰਿਪੋਰਟਾਂ ਵੀ ਚੀਕ ਕੇ ਇਸ ਗੱਲ ਦੀ ਗਵਾਹੀ ਭਰ ਰਹੀਆਂ ਹਨ, ਪਰ ਫਿਰ ਵੀ ਅਜਿਹਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਸਥਾਨਕ ਕਬੀਲੇ ਦੇ ਲੋਕਾਂ ਦੀਆਂ ਹੱਡੀਆਂ ਹਨ ਜਿਨ੍ਹਾਂ ਦਾ ਸਰਦਾਰ ਦੇਵੀ ਨੂੰ ਖੁਸ਼ ਕਰਨ ਲਈ ਲੋਕਾਂ ਦੀ ਬਲੀ ਦਿਆ ਕਰਦਾ ਸੀ। ਸ਼ਰੇਆਮ ਝੂਠ।
ਚਲੋ ਜੇ ਇੱਕ ਪਲ ਲਈ ਮੰਨ ਵੀ ਲਈਏ ਕਿ ਉਹਨਾਂ ਬਲੀ ਦਿੱਤੇ ਲੋਕਾਂ ਦੀਆਂ ਲਾਸ਼ਾਂ ਹਨ, ਤਾਂ ਫਿਰ ਘੋੜਿਆਂ ਦੀਆਂ ਹੱਡੀਆਂ ਕਿੱਥੋਂ ਆਈਆਂ, ਅਸਲੇ ਦੀਆਂ ਪੇਟੀਆਂ ਤੇ ਤੀਰ ਤੇ ਭਾਲੇ ਕਿੱਥੋਂ ਆਏ। ਬਹੁਤ ਕੁਝ ਗਵਾ ਚੁੱਕੇ ਹਾਂ ਅਸੀਂ, ਪਰ ਜੇ ਹਜੇ ਵੀ ਸੰਭਲ ਜਾਈਏ ਤਾਂ ਬਹੁਤ ਕੁਝ ਜੋ ਹਜੇ ਤੱਕ ਨਹੀਂ ਬਦਲਿਆ ਗਿਆ ਘੱਟੋ ਘੱਟ ਉਹਦਾ ਬਚਾ ਲਵਾਂਗੇ। ਜੇ ਇਤਿਹਾਸ ਬਦਲਣ ਦੇ ਸਾਧਨ ਮੌਜੂਦ ਹਨ ਤਾਂ ਅੱਜ ਇਤਿਹਾਸ ਬਚਾਉਣ ਲਈ ਵੀ ਅਣਗਿਣਤ